ਵੈਲਕਮ ਬੈਕ। ਮੈਂ ਮਨਵੀਰ ਕੌਰ। ਆਪਣੇ ਪੰਜਾਬ ਦੇ ਹਿੱਸੇ 7 ਰਾਜ ਸਭਾ ਦੇ MP ਆਉਂਦੇ ਨੇ। ਰਾਜ ਸਭਾ ਆਪਾਂ ਜਾਣਦੇ ਹਾਂ ਅਪਰ ਹਾਊਸ ਹੈ ਪਾਰਲੀਮੈਂਟ ਦਾ। 2 ਹਾਊਸ ਹੁੰਦੇ ਆ, ਲੋਕ ਸਭਾ, ਰਾਜ ਸਭਾ। ਲੋਕ ਸਭਾ ਦੇ ਵਿੱਚ ਆਪਣੇ ਦੁਆਰਾ ਵੋਟਾਂ ਪਾ ਕੇ ਚੁਣੇ ਹੋਏ MP ਪਹੁੰਚਦੇ ਆ ਔਰ ਰਾਜ ਸਭਾ ਦੇ ਵਿੱਚ ਆਪਣੇ ਦੁਆਰਾ ਚੁਣੇ ਹੋਏ ਜਿਹੜੇ MLA ਹੁੰਦੇ ਆ ਉਹ ਅੱਗੇ ਫਰਦਰ ਚੁਣਦੇ ਆ ਕਿ ਕਿਹੜਾ ਬੰਦਾ ਰਾਜ ਸਭਾ ਦਾ MP ਬਣ ਕੇ ਸਾਡੇ ਵੱਲੋਂ ਜਾਏਗਾ। ਰਾਜ ਸਭਾ ਕੌਂਸਲ ਆਫ ਸਟੇਟਸ ਹੈ ਜਿੱਥੇ ਹਰ ਇੱਕ ਸੂਬੇ ਦੇ ਪ੍ਰਤੀਨਿਧੀ ਹੁੰਦੇ ਆ। ਉਹਨਾਂ ਨੂੰ ਉੱਥੇ ਜਗ੍ਹਾ ਦੇਣੀ ਜ਼ਰੂਰੀ ਹੈ ਕਿਉਂਕਿ ਸੈਂਟਰ ਔਰ ਸਟੇਟ ਦਾ ਜਿਹੜਾ ਰਿਲੇਸ਼ਨ ਬਿਲਡਅਪ ਕਰਨ ਦੇ ਲਈ ਔਰ ਫੈਡਰਲਿਜ਼ਮ ਨੂੰ ਮਜ਼ਬੂਤ ਕਰਨ ਦੇ ਲਈ ਰਾਜ ਸਭਾ ਕੌਂਸਲ ਜਿਹੜੀ ਰਾਜ ਸਭਾ ਆ ਅਪਰ ਹਾਊਸ ਆ ਬਹੁਤ ਵੱਡਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਜਿਹੜਾ ਰੋਲ ਪਲੇ ਕਰਦੀ ਆ ਜਿੱਥੇ ਸੂਬਿਆਂ ਦੇ ਮੁੱਦੇ ਜਿਹੜੇ ਉਹ ਐਡਰੈਸ ਹੁੰਦੇ ਆ। ਇਹ ਸੀ ਰਾਜ ਸਭਾ ਦਾ ਕੰਮ। ਹੁਣ ਪੰਜਾਬ ਦੇ ਹਿੱਸੇ 7 ਸੀਟਾਂ ਆਈਆਂ। 7 ਸੀਟਾਂ ਕਿਵੇਂ ਆਉਂਦੀਆਂ ਕਿਉਂਕਿ ਪਾਪੂਲੇਸ਼ਨ 'ਤੇ ਆਧਾਰਿਤ ਜਿਹੜੀ ਉਹ ਸੀਟਾਂ ਦੀ ਵੰਡ ਹੁੰਦੀ ਹੈ। 5 ਸੀਟਾਂ ਦੀ ਮਨਿਆਦ ਜਿਹੜੀ ਉਹ ਖਤਮ ਹੋ ਚੁੱਕੀ ਸੀ, ਉਹਨਾਂ ਦਾ ਕਾਰਜਕਾਲ ਖਤਮ ਹੋ ਚੁੱਕਾ ਸੀ। ਪ੍ਰਤਾਪ ਸਿੰਘ ਬਾਜਵਾ ਇੱਕ MLA ਸੀ ਪੰਜਾਬ ਦੇ ਜਿਹੜੇ MLA ਬਣਨ ਦੇ ਲਈ MPਸ਼ਿਪ ਰਾਜ ਸਭਾ ਦੀ ਛੱਡ ਆਏ ਸੀਗੇ। ਇਸ ਤੋਂ ਇਲਾਵਾ ਬਾਕੀਆਂ ਦਾ ਟਾਈਮ ਜਿਹੜਾ ਸੀ ਕਾਰਜਕਾਲ ਉਹ ਪੂਰਾ ਹੋਣ ਵਾਲਾ ਸੀ। 6 ਸਾਲ ਦਾ ਇੱਕ ਟਾਈਮ ਹੁੰਦਾ ਉਹਨਾਂ ਦਾ ਔਰ ਆਲਮੋਸਟ ਹਰ ਸਾਲ ਰਾਜ ਸਭਾ MPs ਦੇ ਚੁਣਾਵ ਹੁੰਦੇ ਰਹਿੰਦੇ ਆ ਕਿਉਂਕਿ 1/3 ਹਿੱਸਾ ਜਿਹੜਾ ਉਹ ਰਿਟਾਇਰ ਹੁੰਦਾ ਰਹਿੰਦਾ। ਸੋ ਰਾਜ ਸਭਾ ਇੱਕ ਇੱਦਾਂ ਦਾ ਹਾਊਸ ਹੈ ਜਿਹੜਾ ਕਦੀ ਭੰਗ ਨਹੀਂ ਹੁੰਦਾ। ਸੋ ਹੁਣ ਪੰਜਾਬ ਦੇ ਜਿਹੜੇ 5 ਸੀਟਾਂ ਖਾਲੀ ਸੀ ਰਾਜ ਸਭਾ ਦੇ ਵਿੱਚ ਜੋ ਪੰਜਾਬ ਦੇ MP ਜਾਣੇ ਸੀਗੇ ਸੋ ਉਹ ਹੁਣ ਚੁਣਨੇ ਆ। ਉਹਨਾਂ ਚੁਣਨ ਦੇ ਲਈ ਨੋਮੀਨੇਸ਼ਨਸ ਜਿਹੜੀਆਂ ਉਹਨਾਂ ਦੇ ਨਾਮ ਜਿਹੜੇ ਅੱਗੇ ਰੱਖ ਦਿੱਤੇ ਗਏ ਆ। ਨਾਮ ਰੱਖੇ ਗਏ ਆ 5 ਜਾਣਿਆਂ ਦੇ ਆਮ ਆਦਮੀ ਪਾਰਟੀ ਵੱਲੋਂ ਕਿਉਂਕਿ ਉਹਨਾਂ ਦੀ ਮੈਜੋਰਿਟੀ ਆ ਸੋ MLA ਹੀ ਚੁਣਦੇ ਹੁੰਦੇ ਆ। ਉਹਨਾਂ ਵੱਲੋਂ 5 ਨਾਮ ਰੱਖੇ ਗਏ। ਪਹਿਲਾ ਨਾਮ ਤਾਂ ਹੈ ਹਰਭਜਨ ਸਿੰਘ ਕ੍ਰਿਕਟਰ। ਉਹਨਾਂ ਦੀ ਤਾਂ ਕੋਈ ਇੰਟਰੋਡਕਸ਼ਨ ਦੇਣ ਦੀ ਜ਼ਰੂਰਤ ਹੀ ਨਹੀਂ ਹੈ ਔਰ ਉਹਨਾਂ ਦੇ ਨਾਮ 'ਤੇ ਮੈਨੂੰ ਲੱਗਦਾ ਕਿ ਮੋਸਟ ਆਫ ਪੰਜਾਬ ਜਿਹੜਾ ਖੁਸ਼ ਵੀ ਹੋਏਗਾ। ਉਸ ਤੋਂ ਬਾਅਦ ਜਿਹੜਾ ਦੂਸਰਾ ਨਾਮ ਹੈ ਇਹਦੇ ਵਿੱਚ ਉਹਨਾਂ ਦਿੱਤਾ ਹੈ ਉਹ ਹੈ ਰਾਘਵ ਚੱਡਾ ਦਾ। ਰਾਘਵ ਚੱਡਾ ਜਿਹੜੇ ਆ ਉਹ ਆਪਾਂ ਜਾਣਦੇ ਉਹਨਾਂ ਦਾ ਯੋਗਦਾਨ ਜਿਹੜਾ ਅੱਜ ਤੱਕ ਰਿਹਾ ਉਹ ਯੋਗਦਾਨ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਦੇ ਨਾਲ ਹੀ ਰਿਹਾ ਕਿ ਵੋਟਾਂ ਕਿਵੇਂ ਜਿੱਤਣੀਆਂ ਨੇ, ਰੈਲੀਆਂ ਕਿਵੇਂ ਕਰਨੀਆਂ ਨੇ, ਪ੍ਰੈਸ ਕਾਨਫਰੰਸਿਸ ਕਿੱਦਾਂ ਕਰਨੀਆਂ ਨੇ। ਪੰਜਾਬ ਦੇ ਲਈ ਅਕੋਰਡਿੰਗ ਟੂ ਮੋਸਟ ਆਫ ਲੋਕ ਮੈਨੂੰ ਲੱਗਦਾ ਔਰ ਮੇਰਾ ਪਰਸਨਲ ਓਪੀਨੀਅਨ ਵੀ ਹੈ ਕਿ ਇਹਦੇ 'ਤੇ ਜ਼ਿਆਦਾ ਖੁਸ਼ ਨਹੀਂ ਹੋਣਗੇ ਕਿਉਂਕਿ ਰਾਘਵ ਚੱਡਾ ਦਿੱਲੀ ਤੋਂ ਹੈ ਔਰ ਉਹ ਆਮ ਆਦਮੀ ਪਾਰਟੀ ਦੇ ਦਿੱਲੀ ਸੈਂਟਰ। ਰਾਘਵ ਚੱਡਾ ਅਗਰ ਜਿੱਤ ਕੇ ਰਾਜ ਸਭਾ ਦੇ MP ਬਣਦੇ ਆ ਤਾਂ ਰਾਜ ਸਭਾ ਦੇ ਵਿੱਚ ਉਹ ਰਿਕਾਰਡ ਕਾਇਮ ਕਰ ਦੇਣਗੇ ਕਿ ਸਭ ਤੋਂ ਛੋਟੀ ਉਮਰ ਦੇ MP ਹੋਣਗੇ। 30 ਸਾਲ ਘੱਟ ਤੋਂ ਘੱਟ ਉਮਰ ਹੋਣੀ ਚਾਹੀਦੀ ਹੈ। ਸੋ ਰਾਘਵ ਚੱਡਾ ਦੀ 33 ਇਅਰਸ ਦੀ ਏਜ ਹੈ। ਰਾਘਵ ਚੱਡਾ ਦੀ ਤਰਜ਼ 'ਤੇ ਹੀ ਤੀਸਰਾ ਜਿਹੜਾ ਨਾਮ ਹੈ ਉਹ ਆਮ ਆਦਮੀ ਪਾਰਟੀ ਦੇ ਵਿੱਚੋਂ ਸੇਮ ਇਸੇ ਤਰ੍ਹਾਂ ਦਾ ਹੀ ਕੰਮ ਕਰਨ ਵਾਲੇ ਜਿਹੜੇ ਇਲੈਕਸ਼ਨਸ ਨੂੰ ਦੇਖਣ ਵਾਲੇ ਆਮ ਆਦਮੀ ਪਾਰਟੀ ਨੂੰ ਦੇਖਣ ਵਾਲੇ ਆ ਸੰਦੀਪ ਪਾਠਕ ਜਿਹੜੇ ਇੱਕ ਰਣਨੀਤੀਕਾਰ ਹੈ। ਰਣਨੀਤੀਕਾਰ ਇੱਕ ਨਵੀਂ ਜੀ ਪੋਸਟ ਹੈ, ਇੱਕ ਨਵਾਂ ਹੀ ਬਿਜ਼ਨਸ ਕ੍ਰੀਏਟ ਹੋਇਆ ਜਿਹਨੇ ਇਲੈਕਸ਼ਨਸ ਦਾ ਵੀ ਮੰਡੀਕਰਨ ਕਰ ਦਿੱਤਾ, ਜਿਹੜੇ ਇਲੈਕਸ਼ਨਸ ਨੂੰ ਵੀ ਇੱਕ ਬਹੁਤ ਵੱਡੀ ਇੰਡਸਟਰੀ ਬਣਾ ਦਿੱਤਾ ਔਰ ਇਹਦੇ ਵਿੱਚੋਂ ਵੀ ਫਾਇਦਾ ਖੱਟਦੇ ਨੇ। ਰਣਨੀਤੀਕਾਰ ਦਾ ਕੰਮ ਰਣਨੀਤੀਕਾਰ ਆਪਣੇ ਕੋਲ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਜੀ ਆ ਜਿਨ੍ਹਾਂ ਬਾਰੇ ਆਪਾਂ ਜਾਣਦੇ ਹਾਂ। ਪ੍ਰਸ਼ਾਂਤ ਕਿਸ਼ੋਰ ਜੀ ਦੇ PK ਦੇ ਨਾਲ ਹੀ ਇਹ ਕੰਮ ਕਰ ਚੁੱਕੇ ਆ। ਸੰਦੀਪ ਪਾਠਕ ਜੀ ਇਹ ਵੀ ਉਹਨਾਂ ਦੇ ਵਾਂਗੂ ਹੀ ਰਣਨੀਤੀਕਾਰ ਨੇ ਆਮ ਆਦਮੀ ਪਾਰਟੀ ਦੇ। ਸੋ ਬੇਸਿਕਲੀ ਰਣਨੀਤੀ ਬਣਾਉਂਦੇ ਆ ਵੀ ਪੰਜਾਬ 'ਚ ਕਿਵੇਂ ਇਲੈਕਸ਼ਨ ਜਿੱਤੇ ਜਾ ਸਕਦੇ ਸੀ। ਸੋ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਅਰਵਿੰਦ ਕੇਜਰੀਵਾਲ ਉਹ ਵੀ ਕਾਫੀ ਇਹਨਾਂ ਦੀ ਤਾਰੀਫ ਕਰਦੇ ਆ ਕਿ ਬਿਹਾਈਂਡ ਦ ਕਰਟਨਸ ਇਹਨਾਂ ਨੇ ਰਹਿ ਕੇ ਬਹੁਤ ਵਧੀਆ ਕੰਮ ਕੀਤਾ। ਸੋ ਇਹਨਾਂ ਦਾ ਕੰਮ ਕੀ ਸੀ ਕਿ ਪੰਜਾਬ ਦੇ ਇਲੈਕਸ਼ਨਸ ਕਿੱਦਾਂ ਸਕਸੈਸਫੁਲ ਬਣਾਉਣੇ ਆ, ਕਿਵੇਂ ਸਟ੍ਰੈਟੇਜੀ ਬਣਾਉਣੀ ਆ, ਕਿਵੇਂ ਪਲਾਨਿੰਗ ਕਰਨੀ ਆ। ਵੈਸੇ ਜਿਹੜੇ ਪਾਠਕ ਸਾਹਿਬ ਨੇ ਹਾਈਲੀ ਐਜੂਕੇਟਡ ਹੈ, ਇਹ ਗੱਲ ਮੰਨਣੀ ਪਏਗੀ, ਕਾਫੀ ਵਧੀਆ ਪੜ੍ਹੇ ਲਿਖੇ ਆ, ਬਹੁਤ ਅੱਛੇ ਇੰਸਟੀਟਿਊਸ਼ਨਸ ਆਲ ਅਰਾਊਂਡ ਦਾ ਵਰਲਡ ਐਂਡ ਇੰਡੀਆ ਦੇ ਵਿੱਚੋਂ ਵੀ, ਬਟ ਛੱਤੀਸਗੜ੍ਹ ਨੂੰ ਬਿਲੋਂਗ ਕਰਦੇ ਆ। ਚੌਥੇ ਨੰਬਰ 'ਤੇ ਜੋ ਨੋਮੀਨੇਸ਼ਨ ਆਮ ਆਦਮੀ ਪਾਰਟੀ ਵੱਲੋਂ ਦਿੱਤਾ ਗਿਆ ਉਹ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਫਾਊਂਡਰ ਅਸ਼ੋਕ ਮਿੱਤਲ ਸਾਹਿਬ। ਅਸ਼ੋਕ ਮਿੱਤਲ ਸਾਹਿਬ ਦੀ ਪਰਿਵਾਰ ਨੇ ਇੱਕ ਮਠਿਆਈ ਦੀ ਦੁਕਾਨ ਤੋਂ ਸ਼ੁਰੂ ਕੀਤਾ ਸੀ ਜਿਸ ਮਠਿਆਈ ਦੀ ਦੁਕਾਨ ਦਾ ਨਾਮ ਸੀ ਲਵਲੀ ਸਵੀਟਸ। ਉੱਥੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਔਰ ਅੱਜ ਉਹਨਾਂ ਦੀ ਇੱਕ ਬਹੁਤ ਵੱਡੀ 600 ਏਕੜ ਦੇ ਵਿੱਚ ਫੈਲੀ ਹੋਈ ਜਿੱਥੇ 50 ਦੇਸ਼ਾਂ ਤੋਂ ਅਲੱਗ-ਅਲੱਗ ਦੇਸ਼ਾਂ ਤੋਂ ਬੱਚੇ ਪੜ੍ਹਦੇ ਨੇ। ਵਿੱਦਿਆ ਦੀ ਬਹੁਤ ਵੱਡੀ ਦੁਕਾਨ ਹੈ ਉਹਨਾਂ ਦੀ, ਵਿੱਦਿਆ ਦੀ ਸੁਪਰ ਮਾਰਕੀਟ ਹੈ, ਵਿੱਦਿਆ ਵੇਚੀ ਜਾਂਦੀ ਹੈ ਜਿੱਥੇ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀ ਆ ਪੰਜਾਬ ਦੀ, 2001 ਦੇ ਵਿੱਚ ਇਸਟੈਬਲਿਸ਼ ਹੁੰਦੀ ਹੈ ਔਰ 2005 ਔਰ 6 ਤੱਕ ਉਹਨਾਂ ਨੂੰ ਇੱਕ ਯੂਨੀਵਰਸਿਟੀ ਦਾ ਸਟੇਟਸ ਮਿਲ ਜਾਂਦਾ। ਸੋ ਇਹ ਇੱਕ ਉਹ ਵਾਲਾ ਦੌਰ ਸੀ ਜਦੋਂ ਮਸ਼ਰੂਮਸ ਵਾਂਗੂ, ਖੁੰਬਾਂ ਵਾਂਗੂ ਪੰਜਾਬ ਦੇ ਵਿੱਚ ਵਿੱਦਿਆ ਦੇ ਅਦਾਰੇ ਪ੍ਰਾਈਵੇਟ ਯੂਨੀਵਰਸਿਟੀਆਂ ਖੁੱਲ੍ਹੀਆਂ ਸੀ ਧੜਾ ਧੜ। ਐਜੂਕੇਸ਼ਨ ਦਾ ਸਤਰ ਕੀ ਸੀ ਉਹਦੇ 'ਤੇ ਖੈਰ ਮੈਂ ਕਮੈਂਟ ਨਹੀਂ ਕਰਨਾ ਚਾਹੁੰਦੀ, ਉਹ ਆਪਣਾ ਵਿਸ਼ਾ ਨਹੀਂ ਹੈ ਇਹ, ਪਰ ਜਿਹੜੀ ਫੀਸ ਆ
ਉਹ ਡੈਫੀਨੇਟਲੀ ਅਪਰੋਚੇਬਲ ਨਹੀਂ ਹੈ। ਹਰ ਕੋਈ ਉਹਨੂੰ ਉੱਥੇ ਜਾ ਕੇ ਇਹ ਵਿੱਦਿਆ ਹਾਸਲ ਨਹੀਂ ਕਰ ਸਕਦਾ। ਪਰ ਮੈਨੂੰ ਲੱਗਦਾ ਹੈ ਕਿ ਜਿਹੜੇ ਅਸ਼ੋਕ ਮਿੱਤਲ ਜੀ, ਇਹਨਾਂ ਨੂੰ ਨੋਮੀਨੇਸ਼ਨ ਰਾਜ ਸਭਾ ਦੀ ਇਸ ਕਰਕੇ ਦਿੱਤੀ ਗਈ ਆਮ ਆਦਮੀ ਪਾਰਟੀ ਵੱਲੋਂ, ਤਾਂ ਕਿ ਵਿੱਦਿਆ ਦੇ ਖੇਤਰ ਨਾਲ ਜੁੜੇ ਹੋਏ ਔਰ ਵਿੱਦਿਆ ਦੀ ਗੱਲ ਅੱਗੇ ਜਾ ਕੇ ਕਰਨਗੇ, ਵਿੱਦਿਆ ਦੇ ਮੁੱਦੇ ਉਠਾਉਣਗੇ। ਪਰ ਸਭ ਤੋਂ ਵੱਡਾ ਮੁੱਦਾ ਤਾਂ ਵਿੱਦਿਆ ਦੇ ਨਾਲ ਜੁੜਿਆ ਹੋਇਆ ਇਹ ਹੈ ਕਿ ਇਹ ਜਿਹੜੀ ਸਰਸਵਤੀ ਮਾਤਾ ਦੀ ਅਪਰੰਪਾਰ ਕਿਰਪਾ ਵਾਲੀ ਵਿੱਦਿਆ ਹੈ, ਬਹੁਤ ਮਹਿੰਗੀ ਹੋ ਚੁੱਕੀ ਹੈ ਪੰਜਾਬ ਦੇ ਵਿੱਚ। ਰਾਦਰ ਦੈਨ ਇੰਡੀਆ ਦੇ ਵਿੱਚ ਇੰਨਾ ਪੈਸਾ ਸਪੈਂਡ ਕਰਨ ਨਾਲੋਂ ਪ੍ਰਾਈਵੇਟ ਵਿੱਦਿਆ ਤੇ ਲੋਕ ਐਜੂਕੇਸ਼ਨ ਲੈਣ ਦੇ ਲਈ ਕੈਨੇਡਾ, ਅਮਰੀਕਾ ਜਾ ਕੇ ਡਿਪਲੋਮਾ ਕਰਨਾ 1 ਸਾਲ ਦਾ ਸੌਖਾ ਸਮਝਦੇ ਆ, ਤਾਂ ਕਿ ਉੱਥੇ ਜਾ ਕੇ ਸੈਟਲ ਹੋ ਜਾਣ। ਸਭ ਤੋਂ ਮੁੱਦਾ ਤਾਂ ਵੱਡਾ ਇਹੀ ਹੈ ਕਿ ਜਿਹੜੀਆਂ ਛੋਟੀਆਂ ਪ੍ਰਾਈਵੇਟ ਯੂਨੀਵਰਸਿਟੀਜ਼ ਸ਼ੁਰੂ ਹੋਈਆਂ ਸੀ ਔਰ ਬਾਅਦ ਵਿੱਚ ਐਡੇ ਵੱਡੇ ਹਜ਼ਾਰਾਂ ਏਕੜਾਂ ਤੱਕ ਇਹਨਾਂ ਦੇ ਕੈਂਪਸ ਫੈਲਣ ਲੱਗ ਗਏ। ਇਹਨਾਂ ਨੇ ਐਜੂਕੇਸ਼ਨ ਦਾ ਮੰਡੀਕਰਨ ਕੀਤਾ, ਐਜੂਕੇਸ਼ਨ ਨੂੰ ਇਹਨਾਂ ਨੇ ਵੇਚਣਾ ਸ਼ੁਰੂ ਕੀਤਾ ਲੋਕਾਂ ਦੇ ਵਿੱਚ। ਸੋ ਜਦੋਂ ਐਜੂਕੇਸ਼ਨ ਵਿਕਣ ਲੱਗ ਜਾਏ, ਵਿੱਦਿਆ ਵਿਕਣ ਲੱਗ ਜਾਏ, ਤਾਂ ਸਿਰਫ ਉਹੀ ਅਫੋਰਡ ਕਰ ਸਕਦੇ ਆ ਜਿਨ੍ਹਾਂ ਦੇ ਕੋਲ ਪੂੰਜੀ ਹੈ, ਜਿਨ੍ਹਾਂ ਕੋਲ ਪੈਸਾ ਹੈ, ਜਿਹੜਾ ਇੱਕ ਮਾਤੜ ਵਰਗ ਆਪਾਂ ਕਹਿ ਸਕਦੇ ਹਾਂ, ਜਿਨ੍ਹਾਂ ਦੇ ਕੋਲ ਇੰਨਾ ਪੈਸਾ ਪੜ੍ਹਾਈ 'ਤੇ ਲਾਉਣਾ ਬਹੁਤ ਇੱਕ ਸੌਰਟ ਆਫ ਇੰਪੋਸੀਬਲ ਹੋਏਗਾ। ਉਹਨਾਂ ਦੇ ਤਾਂ ਅਪਰੋਚ ਤੋਂ ਬਹੁਤ ਬਾਹਰ ਰਹਿ ਜਾਏਗੀ। ਔਰ ਪੰਜਾਬ ਸਰਕਾਰ ਦੀਆਂ ਤਾਂ ਪਹਿਲੀ ਸਰਕਾਰਾਂ ਦੀਆਂ ਮਿਹਰਬਾਨੀਆਂ ਸੀ, ਉਹਨਾਂ ਨੇ ਅਸਿਸਟੈਂਟ ਪ੍ਰੋਫੈਸਰ ਜਾਂ ਪ੍ਰੋਫੈਸਰਾਂ ਦੀ ਭਰਤੀ ਹੀ 25 ਸਾਲਾਂ ਤੋਂ ਪੰਜਾਬ ਦੇ ਕਾਲਜਾਂ ਦੇ ਵਿੱਚ ਕੀਤੀ ਹੀ ਨਹੀਂ ਸੀ। ਸੋ ਐਨੀਵੇਜ਼, ਉਸ ਤੋਂ ਬਾਅਦ ਲਾਸਟ ਜਿਹੜਾ ਨਾਮ ਹੈ ਉਹ ਹੈ ਲੁਧਿਆਣਾ ਦੇ ਇੱਕ ਇੰਡਸਟਰੀਅਲਿਸਟ ਸੰਜੀਵ ਅਰੋੜਾ ਜੀ, ਜਿਹੜੇ 15 ਸਾਲਾਂ ਤੋਂ ਪਿਛਲਿਆਂ ਤੋਂ ਇੱਕ ਚੈਰੀਟੇਬਲ ਵਰਕ ਕਰਦੇ ਆ ਰਹੇ ਆ। ਜਿਹੜੇ ਬ੍ਰੈਸਟ ਕੈਂਸਰ ਦੇ ਮਰੀਜ਼ ਹੁੰਦੇ ਆ, ਉਹਨਾਂ ਨੂੰ ਸਸਤਾ ਤੇ ਈਜ਼ੀ ਜਾਂ ਫ੍ਰੀ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਆ ਉਹ ਮੁਹੱਈਆ ਕਰਾਉਂਦੇ ਆ ਰਹੇ ਆ। ਉਹ ਇੱਕ ਬਿਜ਼ਨਸਮੈਨ ਹੈ, ਇੰਡਸਟਰੀਅਲਿਸਟ ਹੈ। ਸੋ ਪੰਜਾਬ ਦੀਆਂ 7 ਰਾਜ ਸਭਾ ਸੀਟਾਂ ਤੋਂ 5 ਖਾਲੀ ਹੋਈਆਂ ਸੀ, ਉਹਨਾਂ ਦੀਆਂ ਨੋਮੀਨੇਸ਼ਨ ਹੋ ਚੁੱਕੀਆਂ। ਇਹਨਾਂ ਦੀ ਬਾਅਦ ਵਿੱਚ ਹੁਣ ਵੋਟਿੰਗ ਹੋਏਗੀ। ਵੋਟਿੰਗ ਕੌਣ ਕਰੇਗਾ? ਆਪਣੇ ਚੁਣੇ ਹੋਏ MLA ਵਿਧਾਨ ਸਭਾ ਦੇ ਅੰਦਰ ਕਰਨਗੇ। ਵੋਟਿੰਗ ਕਿਵੇਂ ਹੁੰਦੀ ਹੈ? ਇੱਕ ਬਹੁਤ ਕੰਪਲੈਕਸ ਪ੍ਰੋਸੀਜਰ ਹੈ, ਪਰ ਤੁਹਾਨੂੰ ਸਭ ਨੂੰ ਇਹ ਚੀਜ਼ ਜਾਣਨੀ ਬਹੁਤ ਜ਼ਰੂਰੀ ਹੈ। ਇਹ ਪਤਾ ਹੋਣਾ ਚਾਹੀਦਾ ਵੋਟਿੰਗ ਕਿਵੇਂ ਹੁੰਦੀ ਹੈ। ਉਹਦੇ ਲਈ ਮੈਂ ਇੱਕ ਅਲੱਗ ਵੀਡੀਓ ਲੈ ਕੇ ਆਵਾਂਗੀ, ਬੜੀ ਛੋਟੀ ਜੀ ਹੋਊਗੀ, ਜ਼ਿਆਦਾ ਲੰਬੀ ਨਹੀਂ। ਉਹਨੂੰ ਤੁਸੀਂ ਜ਼ਰੂਰ ਵੇਖਣਾ। ਕੱਲ੍ਹ ਨੂੰ ਆਈ ਵਿਲ ਟਰਾਈ ਟੂ ਮੇਕ ਦੈਟ ਵੀਡੀਓ। ਉਸ ਤੋਂ ਇਲਾਵਾ ਜਿਹੜੇ ਬਾਕੀ ਦੇ 2 ਬੱਚੇ ਜਿਹੜੇ ਰਾਜ ਸਭਾ ਦੇ MP ਆਪਣੇ ਰਾਜ ਸਭਾ 'ਚ ਇਸ ਟਾਈਮ ਮੌਜੂਦ ਆ, ਉਹਨਾਂ ਦਾ ਵੀ ਕਾਰਜਕਾਲ ਆਉਣ ਵਾਲੇ 1-2 ਮਹੀਨਿਆਂ ਤੱਕ, ਜੁਲਾਈ ਤੱਕ ਉਹਨਾਂ ਦਾ ਕਾਰਜਕਾਲ ਸਮਾਪਤ ਹੋਣ ਵਾਲਾ ਹੈ। ਸੋ ਜੁਲਾਈ ਤੱਕ, ਮਤਲਬ ਜੁਲਾਈ ਦੇ ਵਿੱਚ ਅਗੇਨ ਦੁਬਾਰਾ ਜਿਹੜੇ 2 ਰਾਜ ਸਭਾ MP ਆਪਣੇ ਰਹਿੰਦੇ ਨੇ, ਉਹਨਾਂ ਦੀ ਚੋਣ ਦੁਬਾਰਾ ਤੋਂ ਹੋਏਗੀ। ਉਸ ਟਾਈਮ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ, ਉਹਨਾਂ ਦੋਨਾਂ ਨੂੰ ਚੁਣਦੀ ਹੈ ਕਿ ਕਿਹਨਾਂ ਨੂੰ ਨੁਮਾਇੰਦਗੀ ਦਿੰਦੀ ਹੈ। ਸੋ ਪੰਜਾਬ ਦੇ ਵਿੱਚ ਐਟ ਦਿਸ ਮੂਮੈਂਟ ਰਾਈਟ ਨਾਓ ਕਾਫੀ ਕੰਟਰੋਵਰਸੀ ਰਿਗਾਰਡਿੰਗ ਦਿਸ ਜਿਹੜੀ ਰਾਈਜ਼ ਹੋਣ ਵਾਲੀ ਹੈ ਕਿ ਦਿੱਲੀ ਦੇ ਨੁਮਾਇੰਦਿਆਂ ਨੂੰ ਪੰਜਾਬ ਦੀ ਰਾਜ ਸਭਾ ਸੀਟ ਜੋ ਪੰਜਾਬ ਦੇ ਹਿੱਸੇ ਆਉਂਦੀ ਸੀ, ਜਿੱਥੇ ਪੰਜਾਬ ਦਾ ਹੱਕ ਸੀ, ਉਹ ਕਿਉਂ ਦਿੱਤੀ ਗਈ ਆ। ਜਿਹੜੀ ਰਾਜ ਸਭਾ ਦੀ ਸੀਟਾਂ ਪੰਜਾਬ ਦੇ ਹਿੱਸੇ ਆਉਂਦੀਆਂ ਨੇ, ਇਹਨਾਂ ਦੇ ਉੱਤੇ ਡੈਫੀਨੇਟਲੀ ਇੱਕ ਉਮੀਦ ਹੁੰਦੀ ਆ ਔਰ ਇੱਕ ਪ੍ਰੋਟੋਕੋਲ ਵੀ ਮੇਰੇ ਅਕੋਰਡਿੰਗਲੀ ਇਹੀ ਹੋਣਾ ਚਾਹੀਦਾ ਵੀ ਉਹਨਾਂ ਲੋਕਾਂ ਨੂੰ ਹੀ ਇਹ ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ ਜਿਹੜੇ ਪੰਜਾਬ ਦੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਕੰਮ ਕੀਤਾ ਹੋਵੇ। ਜਿਵੇਂ ਕਿਸੇ ਨੇ ਕਿਸਾਨੀ 'ਚ ਕੀਤਾ ਹੋਵੇ, ਕਿਸੇ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ, ਕਿਸੇ ਨੇ ਔਰਤਾਂ ਦੇ ਵਿਸ਼ੇ 'ਤੇ, ਕਿਸੇ ਨੇ ਸਿੱਖਿਆ ਦੇ ਵਿਸ਼ੇ ਦੇ ਉੱਤੇ, ਜਾਂ ਕਿਸੇ ਨੇ ਐਂਟੀ ਕਰਪਸ਼ਨ ਕੋਈ ਮੁਹਿੰਮ ਚਲਾਈ ਹੋਵੇ, ਜਾਂ ਕਿਸੇ ਵੀ ਤਰ੍ਹਾਂ ਸਮਾਜ 'ਚ ਕੋਈ ਯੋਗਦਾਨ ਪਾਇਆ ਹੋਵੇ। ਬਟ ਐਨੀ ਹਾਓ ਇਹ 5 ਕੈਂਡੀਡੇਟ ਆਪਣੇ ਸਾਹਮਣੇ ਆ। ਉਹਨਾਂ ਦੀ ਛੋਟੀ ਜਿਹੀ ਇੰਟਰੋਡਕਸ਼ਨ ਮੈਂ ਤੁਹਾਡੇ ਅੱਗੇ ਰੱਖੀ ਆ। ਥੈਂਕ ਯੂ ਸੋ ਮਚ ਫॉर ਵਾਚਿੰਗ।